ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 46ਵਾਂ। ਪੁਰ ਅਮਨ ਜਨਤਕ ਜਦੋਜਹਿਦ ਦੇ ਪੈਂਤੜੇ ਉੱਤੇ ਸਵਾਰਥ ਅਤੇ ਦੰਭ ਦਾ ਖੋਟ ਹਾਵੀ ਹੋਣ ਕਰਕੇ ਪੈਂਤੜੇ ਦੀਆਂ ਧਾਰਨੀ ਤਾਕਤਾਂ ਦਾ ਨੈਤਿਕ ਪਲੜਾ ਹਲਕਾ ਪਤੰਗ ਹੋ ਕੇ ਰਹਿ ਗਿਆ ਤੇ ਜਿੱਥੋਂ ਤੱਕ ਹਥਿਆਰਬੰਦ ਕਾਰਵਾਈਆਂ ਦੇ ਅਮਲ ਨੂੰ ਵਿਹਾਰਕ ਦ੍ਰਿਸ਼ਟੀ ਤੋਂ ਨਿੰਦਣ ਤੇ ਨਕਾਰਨ ਦੀ ਗੱਲ ਹੈ, ਇਸ ਬਾਰੇ ਦੁਨੀਆ ਭਰ ਦਾ ਤਜਰਬਾ ਇਹ ਦਰਸਾਉਂਦਾ ਹੈ ਕਿ ਹਥਿਆਰਬੰਦ ਕਾਰਵਾਈਆਂ 'ਚ ਮਸ਼ਰੂਫ ਤੱਤਾਂ ਤੇ ਉਹਨਾਂ ਦੀ ਅਡੋਲ ਹਮਾਇਤ ਵਿੱਚ ਡਟੇ ਲੋਕਾਂ ਦੇ ਕੰਨਾਂ ਨੂੰ ਇਹ ਦਲੀਲ ਕਦੇ ਵੀ ਨਹੀਂ ਪਾਉਂਦੀ। ਵੱਧ ਇਸ ਕਰਕੇ ਕਿ ਇਤਿਹਾਸ ਦੀਆਂ ਉਹਨਾਂ ਅਲੋਕਾਰੀ ਘੜੀਆਂ ਦੌਰਾਨ ਸੱਚ ਅਲੱਗ-ਅਲੱਗ ਧਿਰਾਂ ਨੂੰ ਬਹੁਤ ਹੀ ਅਲੱਗ-ਅਲੱਗ ਦਿਖਾਈ ਦੇ ਰਿਹਾ ਹੁੰਦਾ ਹੈ। ਸੰਘਰਸ਼ ਤੋਂ ਬਾਹਰਲੀਆਂ ਜਾਂ ਸੰਘਰਸ਼ ਦੇ ਵਿਰੋਧ ਵਿੱਚ ਡਟੀਆਂ ਧਿਰਾਂ ਜਿਸ ਨੂੰ ਜਮਹੂਰੀਅਤ ਤੇ ਸੱਭਿਅਤਾ ਦਾ ਯੁੱਗ ਕਹਿ ਕੇ ਵੱਡਿਆ ਰਹੀਆਂ ਹੁੰਦੀਆਂ ਹਨ, ਸੰਘਰਸ਼ਸ਼ੀਲ ਲੋਕਾਂ ਨੂੰ ਉਹ ਅੰਧਕਾਰ ਤੇ ਵਹਿਸ਼ਤ ਦਾ ਯੁੱਗ ਬਣਾ ਕੇ ਦੇਖ ਰਿਹਾ ਹੁੰਦਾ ਹੈ ਅਤੇ ਉਹ ਆਪਣੇ ਸੂਰਮਗਤੀ ਭਰੇ ਕਾਰਨਾਮਿਆਂ ਰਾਹੀਂ ਇਸ ਅੰਧਕਾਰ ਨੂੰ ਤੋੜਨ ਦਾ ਸੱਚ ਵਰਗਾ ਭਰਮ ਪਾਲ ਕੇ ਚੱਲ ਰਹੇ ਹੁੰਦੇ ਹਨ। ਇਹ ਭਰਮ ਇੰਨਾ ਮਜ਼ਬੂਤ ਤੇ ਬਲਵਾਨ ਹੁੰਦਾ ਹੈ ਕਿ ਇਸ ਨੂੰ ਕਿਸੇ ਖਾਲੀ ਦਲੀਲ ਨਾਲ ਤੋੜਨਾ ਨਾਮੁਮਕਿਨ ਹੋ ਜਾਂਦਾ ਹੈ। ਅਸਲ ਵਿੱਚ ਇਹ ਭਰਮ ਕੋਰਾ ਭਰਮ ਨਹੀਂ ਹੁੰਦਾ, ਇਸ ਵਿੱਚ ਸੱਚਾਈ ਦਾ ਅੰਸ਼ ਰਲਿਆ ਹੁੰਦਾ ਹੈ। ਸੱਚੇ ਜੁਝਾਰੂਆਂ ਦੇ ਸੁੱਚੇ ਕਾਰਨਾਮੇ ਮੂਲੋਂ ਹੀ ਨਿਹਫਲ ਯਤਨ ਸਾਬਤ ਨਹੀਂ ਹੁੰਦੇ। ਇਹ ਲੋਕ ਚੇਤਨਾ ਉੱਤੇ ਨਿਰੰਤਰ ਆਪਣਾ ਨਾਮਾਲੂਮ ਪਰ ਜ਼ੋਰਵਾਰ ਅਸਰ ਛੱਡ ਰਹੇ ਹੁੰਦੇ ਹਨ ਅਤੇ ਆਪਣੇ ਹਿਸਾਬ ਨਾਲ ਇਤਿਹਾਸ ਨੂੰ ਗਤੀ ਪ੍ਰਦਾਨ ਕਰ ਰਹੇ ਹੁੰਦੇ ਹਨ। ਹਰ ਜਗ੍ਹਾ ਅਤੇ ਹਰ ਮੌਕੇ ਹਥਿਆਰਬੰਦ ਸੰਘਰਸ਼ ਦਾ ਇਹ ਵੇਗ ਆਪਣਾ ਪੂਰਾ ਦਮ ਹੰਢਾ ਕੇ ਹੀ ਸਾਹ ਲੈਂਦਾ ਹੈ। ਸੋ ਨਿੰਦਿਆ ਤੇ ਨਿੰਦਕਾਂ ਤੋਂ ਬੇਪਰਵਾਹ ਖਾੜਕੂ ਰੁਝਾਨ ਲਗਾਤਾਰ ਪ੍ਰਫੁੱਲਤ ਹੁੰਦਾ ਚਲਾ ਗਿਆ ਅਤੇ ਹਿੰਦੂ ਹਾਕਮਾਂ ਦਾ ਇੱਕ ਤੋਂ ਬਾਅਦ ਦੂਜਾ ਸਿੱਖ ਦੋਖੀ ਕਰਮ ਇਸ ਨੂੰ ਨਰੋਈ ਖੁਰਾਕ ਮੁਹੱਈਆ ਕਰਦਾ ਗਿਆ। 1978 ਵਿੱਚ ਡਸਾਈ ਸਰਕਾਰ ਨੇ ਪੰਜਾਬ ਦੀ ਅਕਾਲੀ ਜਨਤਾ ਗੱਠਜੋੜ ਸਰਕਾਰ ਦੀ ਦਰਿਆਈ ਪਾਣੀਆਂ ਬਾਰੇ ਇੰਦਰਾ ਗਾਂਧੀ ਦੇ ਨਿਹੱਕੇ ਫੈਸਲੇ ਨੂੰ ਮਨਸੂਖ ਕਰਨ ਦੀ ਮੰਗ ਜਦ ਨਾਮਨਜ਼ੂਰ ਕਰ ਦਿੱਤੀ ਸੀ ਤਾਂ ਪੰਜਾਬ ਸਰਕਾਰ ਨੇ ਇੰਦਰਾ ਅਵਾਰਡ ਦੀ ਕਾਨੂੰਨੀ ਵਾਜਬੀਅਤ ਨੂੰ ਚੁਣੌਤੀ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਅੰਦਰ ਉਜ਼ਰਦਾਰੀ ਦਾਇਰ ਕਰ ਦਿੱਤੀ ਸੀ। ਪੰਜਾਬ ਸਰਕਾਰ ਦਾ ਇਹ ਕਦਮ ਨੈਤਿਕ ਤੇ ਕਾਨੂੰਨੀ ਦੋਨਾਂ ਹੀ ਪੱਖਾਂ ਤੋਂ ਵਾਜਬ ਸੀ। ਇੰਦਰਾ ਗਾਂਧੀ ਨੇ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਹਿੱਤਾਂ ਉੱਤੇ ਮਾਰੂ ਸੱਟ ਮਾਰਨ ਵਾਲਾ ਅਗਲਾ ਕਦਮ ਇਹ ਚੁੱਕਿਆ ਕਿ ਉਸ ਨੇ ਦਰਬਾਰਾ ਸਿੰਘ ਉੱਤੇ ਦਬਾਅ ਪਾ ਕੇ ਦਸੰਬਰ 1981 ਵਿੱਚ ਪੰਜਾਬ ਸਰਕਾਰ ਦੀ ਤਰਫੋਂ ਸੁਪਰੀਮ ਕੋਰਟ 'ਚੋਂ ਉਹ ਉਜ਼ਰਦਾਰੀ ਵਾਲਾ ਪਰਚਾ ਵਾਪਸ ਲੈਣ ਦੀ ਅਰਜ਼ੀ ਦਵਾ ਦਿੱਤੀ। ਨਾਲ ਹੀ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਾਂਗਰਸੀ ਮੁੱਖ ਮੰਤਰੀਆਂ ਦੀ ਤਿੱਕੜੀ ਕੋਲੋਂ ਦਰਿਆਈ ਪਾਣੀਆਂ ਦੀ ਵੰਡ ਬਾਰੇ ਨਵੇਂ ਸਮਝੌਤੇ ਉੱਤੇ ਸਹਿਮਤੀ ਦਾ ਐਲਾਨ ਕਰਵਾ ਦਿੱਤਾ, ਜਿਸ ਅਨੁਸਾਰ ਜਾਲੀ ਤੇ ਮਨਘੜਤ ਅੰਕੜਿਆਂ ਦੇ ਜ਼ਰੀਏ ਪੰਜਾਬ ਦੇ ਹਿੱਸੇ ਦੇ ਪਾਣੀਆਂ ਵਿੱਚ ਮਾਮੂਲੀ ਜਿਹਾ ਵਾਧਾ 0.72 MAF ਕਰਨ ਦਾ ਝੂਠਾ ਪ੍ਰਭਾਵ ਦਿੱਤਾ ਗਿਆ। ਇਸ ਕਾਰਵਾਈ ਨੇ ਸਿੱਖ ਭਾਈਚਾਰੇ ਦੇ ਮਨਾਂ ਅੰਦਰ ਹੋਰ ਵੱਧ ਰੋਸ ਤੇ ਗਿਲਾਨੀ ਭਰ ਦਿੱਤੀ। ਦੇਸ਼ ਭਰ ਅੰਦਰ ਵਗ ਰਹੀ ਹਿੰਦੂ ਕੱਟੜਵਾਦ ਦੀ ਜ਼ੋਰਦਾਰ ਹਵਾ ਅਤੇ ਹਰ ਵੰਨਗੀ ਦੇ ਕੇਂਦਰੀ ਹਾਕਮਾਂ ਦੁਆਰਾ ਇੱਕ ਦੂਜੇ ਤੋਂ ਵੱਧ ਕੇ ਅਪਣਾਏ ਕੱਟੜ ਸਿੱਖ ਦੋਖੀ ਵਤੀਰੇ ਨੇ ਅਤੇ ਉਤੋਂ ਪੰਜਾਬ ਅੰਦਰ ਦਰਬਾਰਾ ਸਿੰਘ ਦੀ ਕੋਰੀ ਹਿੰਦੂ ਨਿਵਾਜ ਸਰਕਾਰ ਦੀ ਸਥਾਪਨਾ ਨੇ ਪੰਜਾਬ ਅੰਦਰ ਹਿੰਦੂ ਫਿਰਕਾ ਪ੍ਰਸਤੀ ਦੇ ਰੁਝਾਨ ਨੂੰ ਇੱਕਦਮ ਵੱਡਾ ਹੁਲਾਰਾ ਦੇ ਦਿੱਤਾ। ਸ਼ਹਿਰਾਂ ਤੇ ਕਸਬਿਆਂ ਅੰਦਰ ਜਿੱਥੇ ਵੀ ਹਿੰਦੂ ਵਸੋਂ ਦਾ ਗਾੜ
ਸੀ, ਨਵੇਂ ਫਿਰਕੂ ਸੰਗਠਨ ਖੁੰਭਾਂ ਵਾਂਗ ਉੱਭਰਨੇ ਸ਼ੁਰੂ ਹੋ ਗਏ। ਪਵਨ ਕੁਮਾਰ ਪਟਿਆਲਾ ਦੀ ਹਿੰਦੂ ਸੁਰੱਖਿਆ ਸਮਿਤੀ, ਜਗਦੀਸ਼ ਤਾਂਗੜੀ ਲੁਧਿਆਣਾ ਦੀ ਹਿੰਦੂ ਸ਼ਿਵ ਸੈਨਾ ਅਤੇ ਸੁਰਿੰਦਰ ਕੁਮਾਰ ਬਿੱਲਾ ਅੰਮ੍ਰਿਤਸਰ ਦੇ ਹਿੰਦੂ ਰਾਸ਼ਟਰੀਆਂ ਸੰਗਠਨ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਛੋਟ-ਪੁੱਟ ਹਿੰਦੂ ਜਥੇਬੰਦੀਆਂ ਸਰਗਰਮ ਹੋ ਗਈਆਂ। ਉਹਨਾਂ ਦੇ ਅਮਲ ਵਧੇਰੇ ਭੜਕਾਊ ਅਤੇ ਲਹਿਜਾ ਵਧੇਰੇ ਅੱਖੜ ਹੁੰਦਾ ਚਲਾ ਗਿਆ। ਮਈ 1981 ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨੇ ਹਰਿਦੁਆਰ ਤੇ ਕੁਰੂਕਸ਼ੇਤਰ ਵਰਗੇ ਹਿੰਦੂ ਤੀਰਥ ਕੇਂਦਰਾਂ ਵਾਂਗ ਸਿੱਖਾਂ ਦੇ ਕੇਂਦਰੀ ਧਾਰਮਿਕ ਸ਼ਹਿਰ ਨੂੰ ਵੀ ਪਵਿੱਤਰ ਨਗਰੀ ਕਰਾਰ ਦੇਣ ਅਤੇ ਪਾਨ ਸਿਗਰਟ ਦੇ ਤੇ ਮੀਟ ਸ਼ਰਾਬ ਦੀਆਂ ਦੁਕਾਨਾਂ ਨੂੰ ਸ਼ਹਿਰ ਦੀ ਹਦੂਦ ਤੋਂ ਬਾਹਰ ਲਿਜਾਣ ਦੀ ਮੰਗ ਉੱਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਇਸ ਮੰਗ ਅੰਦਰ ਕੁਝ ਵੀ ਅਜਿਹਾ ਨਹੀਂ ਸੀ ਜਿਸ ਨਾਲ ਹਿੰਦੂਆਂ ਦੇ ਧਾਰਮਿਕ ਵਿਸ਼ਵਾਸਾਂ ਦੀ ਹਾਨੀ ਹੁੰਦੀ ਹੋਵੇ ਜਾਂ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ। ਪਰ ਫਿਰ ਵੀ ਅੰਮ੍ਰਿਤਸਰ ਅੰਦਰ ਹਿੰਦੂਆਂ ਨੇ ਸਿੱਖਾਂ ਦੀ ਇਸ ਮੰਗ ਦੇ ਖਿਲਾਫ ਬਹੁਤ ਹੀ ਉਜੜਤਾ ਭਰਿਆ ਪ੍ਰਤੀਕਰਮ ਪ੍ਰਗਟਾਇਆ। ਉਹਨਾਂ ਨੇ ਸ਼ਹਿਰ ਦੀਆਂ ਸੜਕਾਂ ਉੱਤੇ ਭੜਕਾਊ ਨਾਅਰੇਬਾਜ਼ੀ ਕਰਦਿਆਂ ਹੋਇਆਂ ਅਤੇ ਸੋਟੀਆਂ ਉੱਤੇ ਸਿਗਰਟਾਂ ਦੇ ਡੱਬੇ ਲਹਿਰਾਉਂਦਿਆਂ ਹੋਇਆਂ ਅੱਤ ਦਰਜੇ ਦਾ ਅਸ਼ਲੀਲ ਮੁਜ਼ਾਹਰਾ ਕੀਤਾ। ਸਿਗਰਟ ਬੀੜੀ ਪੀਏਂਗੇ, ਹਮ ਸ਼ਾਨ ਸੇ ਜੀਏਂਗੇ ਅਤੇ ਕੱਛਾ ਕੜਾ ਤੇ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ ਵਰਗੇ ਭੜਕਾਊ ਨਾਅਰੇ ਲਾਉਂਦੀਆਂ ਹਿੰਦੂ ਭੀੜਾਂ ਨੇ ਸ਼ਹਿਰ ਅੰਦਰ ਰੱਜ ਕੇ ਧਮੱਚੜ ਪਾਇਆ। ਇਸ ਫਿਰਕੂ ਬਾਦਤਮੀਜੀ ਦੇ ਖਿਲਾਫ ਸਿੱਖ ਜਗਤ ਅੰਦਰ ਰੋਹ ਪੈਦਾ ਹੋਣਾ ਸੁਭਾਵਿਕ ਸੀ। ਇਸ ਨਾਲ ਮਿਲਦੀਆਂ ਜੁਲਦੀਆਂ ਘਟਨਾਵਾਂ ਅਤੀਤ ਵਿੱਚ ਪੰਜਾਬੀ ਸੂਬਾ ਅੰਦੋਲਨ ਦੌਰਾਨ ਵੀ ਵਾਪਰਦੀਆਂ ਰਹੀਆਂ ਸਨ। ਪਰ ਪਹਿਲੀਆਂ ਨਾਲੋਂ ਨਵੀਂ ਹਾਲਤ ਦਾ ਵੱਖਰਾਪਣ ਇਹ ਸੀ ਕਿ ਸਿੱਖ ਪੰਥ ਅੰਦਰ ਸੰਤ ਜਰਨੈਲ ਸਿੰਘ ਦੇ ਰੂਪ ਵਿੱਚ ਹਿੰਦੂ ਫਿਰਕਾ ਪ੍ਰਸਤੀ ਦੇ ਇਸ ਭੂਤਰੇ ਹੋਏ ਸਾਨ ਨੂੰ ਸਿੰਘਾਂ ਤੋਂ ਫੜਨ ਦੀ ਜੁਰਤ ਤੇ ਯੋਗਤਾ ਰੱਖਣ ਵਾਲਾ ਆਗੂ ਪੈਦਾ ਹੋ ਚੁੱਕਾ ਸੀ। ਹਰ ਵਧੀਕੀ ਇੱਕੋ ਜਿਹਾ ਪ੍ਰਤੀਕਰਮ ਪੈਦਾ ਨਹੀਂ ਕਰਦੀ। ਪ੍ਰਤੀਕਰਮ ਦੀ ਤਦਬੀਰ ਤੇ ਤਾਸੀਰ ਘੜਨ ਵਿੱਚ ਹਾਲਤਾਂ ਤੇ ਪ੍ਰਸੰਗ ਜਿੰਨਾ ਹੀ ਮਹੱਤਵਪੂਰਨ ਰੋਲ ਆਗੂ ਦਾ ਹੁੰਦਾ ਹੈ। ਆਗੂ ਸਮਰੱਥ ਨਾ ਹੋਵੇ ਤਾਂ ਹਾਲਤ ਅੰਦਰ ਮੌਜੂਦ ਸੰਭਾਵਨਾਵਾਂ ਦਾ ਗਰਭਪਾਤ ਹੋ ਜਾਂਦਾ ਹੈ। ਪੰਜਾਬੀ ਸੂਬੇ ਦੇ ਅੰਦੋਲਨ ਵੇਲੇ ਤੇ ਉਸ ਤੋਂ ਬਾਅਦ ਤੱਕ ਵੀ ਭਾਰੂ ਸਿੱਖ ਚੇਤਨਾ ਦੀ ਤੇ ਨਾਲ ਹੀ ਇਸ ਦੀ ਤਰਜਮਾਨੀ ਕਰਨ ਵਾਲੀ ਸਿੱਖ ਲੀਡਰਸ਼ਿਪ ਦੀ ਵੀ ਤਾਸੀਰ ਕੁਝ ਅਲੱਗ ਸੀ। ਸਿੱਖ ਕੌਮ ਉਦੋਂ ਵੀ ਤੇ ਬਾਅਦ ਵਿੱਚ ਵੀ ਆਪਣੀ ਸਵੈ ਰੱਖਿਆ ਦੀ ਹੀ ਲੜਾਈ ਲੜ ਰਹੀ ਸੀ। ਪਰ ਸਵੈ ਰੱਖਿਆ ਦੀ ਲੜਾਈ ਨੂੰ ਬਚਾਓ ਦੇ ਪੈਂਤੜੇ ਤੋਂ ਅਤੇ ਹਮਲੇ ਦੇ ਪੈਂਤੜੇ ਤੋਂ ਲੜਨ ਵਿੱਚ ਵੱਡਾ ਫਰਕ ਹੈ। ਸੰਤ ਜਰਨੈਲ ਸਿੰਘ ਦਾ ਅਤੀਤ ਦੀ ਤੇ ਸਮਕਾਲੀ ਅਕਾਲੀ ਲੀਡਰਸ਼ਿਪ ਨਾਲੋਂ ਇਹ ਇੱਕ ਅਹਿਮ ਵਖਰੇਵਾਂ ਸੀ। ਇਸ ਚੋਂ ਹੀ ਉਹਨਾਂ ਦੀ ਲੜਾਈ ਦੀ ਨਿਵੇਕਲੀ ਨੁਹਾਰ ਤੈਅ ਹੋਈ। ਸੰਤ ਜਰਨੈਲ ਸਿੰਘ ਨੇ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਦੀ ਭੜਕਾਹਟ ਦਾ ਕਰਾਰਾ ਜਵਾਬ ਦਿੰਦਿਆਂ ਹੋਇਆਂ 31 ਮਈ ਨੂੰ ਅੰਮ੍ਰਿਤਸਰ ਅੰਦਰ ਸਿੱਖਾਂ ਦੇ ਰੋਹ ਭਰੇ ਮੁਜ਼ਾਹਰੇ ਦੀ ਅਗਵਾਈ ਕੀਤੀ। ਇਹ ਮੁਜ਼ਾਹਰਾ ਨਾ ਸਿਰਫ ਗਿਣਤੀ ਦੇ ਲਿਹਾਜ਼ ਨਾਲ ਬਹੁਤ ਵਿਸ਼ਾਲ ਤੇ ਪ੍ਰਭਾਵਸ਼ਾਲੀ ਸੀ, ਸਗੋਂ ਮੁਜ਼ਾਹਰੇ ਅੰਦਰ ਸਿੱਖਾਂ ਦੇ ਰਵਾਇਤੀ ਹਥਿਆਰਾਂ, ਤਲਵਾਰਾਂ, ਬਰਛੀਆਂ ਦੇ ਨਾਲ ਹੀ ਲਾਇਸੈਂਸ ਸ਼ੁਦਾ ਹਥਿਆਰਾਂ, ਬੰਦੂਕਾਂ, ਪਿਸਤੌਲਾਂ ਦੀ ਸੱਜ ਧੱਜ ਜੈਕਾਰਿਆਂ ਦੀ ਗਰਜਣ ਤੇ ਭਾਸ਼ਣਾਂ ਦੇ ਅੰਦਾਜ਼ ਸਿੱਖ ਚੇਤਨਾ ਤੇ ਜਜ਼ਬਿਆਂ ਦੇ ਖੇਤਰ ਅੰਦਰ ਆਏ ਨਵੀਂ ਕਿਸਮ ਦੇ ਉਭਾਰ ਦੀ ਦੱਸ ਪਾਉਂਦੇ ਸਨ। ਸਿਰਲੇਖ ਮਾਸ਼ਾ ਪ੍ਰੈਸ ਸਿਆਪੇ ਦੀ ਨੈਣ। ਪੰਜਾਬ ਅੰਦਰ ਫਿਰਕੂ ਤਣਾਅ ਦਾ ਇਹ ਮਾਹੌਲ ਪੈਦਾ ਕਰਨ ਵਿੱਚ ਜਲੰਧਰ ਦੀ ਮਹਾਸ਼ਾ ਪ੍ਰੈਸ ਦਾ ਵੱਡਾ ਭਾਰੀ ਯੋਗਦਾਨ ਸੀ ਅਤੇ ਇਹ ਮਾਹੌਲ ਮੋੜਵੇਂ ਰੂਪ ਵਿੱਚ ਮਹਾਸ਼ਾ ਪ੍ਰੈਸ ਨੂੰ ਹੋਰ ਵਧੇਰੇ ਫਿਰਕੂ ਪਾਣ ਚੜ੍ਹ ਰਿਹਾ ਸੀ। ਫਿਰਕੂ ਵਿਚਾਰਧਾਰਾ ਨੂੰ ਹਿੰਦੂ ਵਰਗ ਅੰਦਰੋਂ ਮਿਲ ਰਹੇ ਕਬੂਲਵੇਂ ਹੁੰਗਾਰੇ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਕੇਸਰੀ ਦੀ ਇਸ਼ਾਇਤ 1977 ਵਿੱਚ 81,000 ਤੋਂ ਵੱਧ ਕੇ 1981 ਵਿੱਚ 2,42,000 ਤੇ ਅੱਪੜ ਗਈ ਸੀ।
4 ਸਾਲਾਂ ਦੌਰਾਨ ਹੋਏ ਇਸ 3 ਗੁਣੇ ਵਾਧੇ ਚੋਂ ਹਿੰਦੂ ਰੌਂ ਦੀ ਸਾਫ਼ ਝਲਕ ਮਿਲ ਜਾਂਦੀ ਹੈ। ਸੰਤ ਜਰਨੈਲ ਸਿੰਘ ਦੇ ਹਿੰਦੂ ਫਿਰਕਾ ਪ੍ਰਸਤੀ ਨੂੰ ਕਰਾਰੀ ਚੁਣੌਤੀ ਦੇਣ ਦੇ ਦਲੇਰੀ ਭਰੇ ਪੈਂਤੜੇ ਤੋਂ ਵੱਟ ਖਾ ਕੇ ਲਾਲਾ ਜਗਤ ਨਾਰਾਇਣ ਤੇ ਵੀਰੇਂਦਰ ਦੀਆਂ ਕਲਮਾਂ ਨੇ ਸਿੱਖਾਂ ਦੇ ਵਿਰੁੱਧ ਹੋਰ ਵੀ ਵੱਧ ਫਿਰਕੂ ਜ਼ਹਿਰ ਉਗਲਛਣੀ ਸ਼ੁਰੂ ਕਰ ਦਿੱਤੀ। ਵੀਰੇਂਦਰ ਆਪਣੇ ਇੱਕ ਸੰਪਾਦਕੀ ਲੇਖ ਅੰਦਰ ਸਿੱਖਾਂ ਨੂੰ ਇਹ ਧਮਕੀ ਦੇਣ ਤੱਕ ਚਲਾ ਗਿਆ ਕਿ ਜੇਕਰ ਸਿੱਖਾਂ ਨੇ ਆਪਣੀਆਂ ਫਿਰਕੂ ਸਰਗਰਮੀਆਂ ਇਸੇ ਤਰ੍ਹਾਂ ਜਾਰੀ ਰੱਖੀਆਂ ਤਾਂ ਹਿੰਦੂ ਪੰਜਾਬ ਨੂੰ ਅਸਾਮ ਬਣਾ ਦੇਣਗੇ। ਅਸਾਮ ਅੰਦਰ ਉਨੀ ਦਿਨੀ ਵਿਦੇਸ਼ੀ ਤੱਤਾਂ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਬਾਹਰ ਕੱਢਣ ਲਈ ਚੱਲ ਰਹੇ ਅੰਦੋਲਨ ਦੀ ਰੌਸ਼ਨੀ 'ਚ ਵੀਰੇਂਦਰ ਦੀ ਇਸ ਧਮਕੀ ਦੇ ਪਿੱਛੇ ਕੰਮ ਕਰਦੀ ਫਿਰਕੂ ਧਾਰਨਾ ਦੇ ਬਹੁਤ ਹੀ ਗੰਭੀਰ ਅਰਥ ਨਿਕਲਦੇ ਸਨ। ਦੇਸ਼ ਦੇ ਕਿਸੇ ਵੀ ਰਾਜਸੀ ਦਲ ਜਾਂ ਆਗੂ ਨੇ ਵੀਰੇਂਦਰ ਨੂੰ ਅਜਿਹਾ ਫਿਰਕੂ ਝੱਲ ਖਿਲਾਰਨ ਤੋਂ ਮਨਾ ਕਰਨ ਦੀ ਲੋੜ ਮਹਿਸੂਸ ਨਾ ਕੀਤੀ, ਜਦ ਕਿ ਇਸੇ ਹੀ ਸਮੇਂ ਦੇਸ਼ ਦਾ ਅਜਿਹਾ ਸ਼ਾਇਦ ਹੀ ਕੋਈ ਰਾਜਸੀ ਦਲ ਜਾਂ ਆਗੂ ਹੋਵੇਗਾ ਜੋ ਸੰਤ ਜਰਨੈਲ ਸਿੰਘ ਉੱਤੇ ਫਿਰਕਾ ਪ੍ਰਸਤੀ ਫੈਲਾਉਣ ਦੇ ਦੋਸ਼ਾਂ ਦੀ ਬੁਛਾੜ ਨਾ ਕਰ ਰਿਹਾ ਹੋਵੇ। ਇਸੇ ਹੀ ਮੌਕੇ ਲਾਲਾ ਜਗਤ ਨਾਰਾਇਣ ਨੇ ਵੀਰੇਂਦਰ ਨਾਲੋਂ ਵੀ ਇੱਕਦਮ ਅੱਗੇ ਵਧਦਿਆਂ ਹੋਇਆਂ ਗਰਮ ਖਿਆਲੀ ਸਿੱਖ ਆਗੂਆਂ ਦੇ ਨਾਲ ਹੀ ਨਰਮ ਖਿਆਲੀ ਅਕਾਲੀ ਆਗੂਆਂ ਉੱਤੇ ਵੀ ਬਰਾਬਰ ਆਪਣੀ ਫਿਰਕੂ ਦੰਦੀ ਧਰ ਰੱਖੀ ਹੋਈ ਸੀ। ਉਹ ਇਹ ਗੱਲ ਕਹਿਣ ਤੋਂ ਰੱਤੀ ਭਰ ਵੀ ਸੰਕੋਚ ਨਹੀਂ ਸੀ ਕਰ ਰਿਹਾ ਕਿ ਨਰਮ ਖਿਆਲੀ ਹੋਵੇ ਜਾਂ ਗਰਮ ਖਿਆਲੀ, ਹਰ ਸਿੱਖ ਦੀ ਦੇਸ਼ ਪ੍ਰਤੀ ਵਫਾਦਾਰੀ ਉੱਤੇ ਸ਼ੱਕ ਖੜਾ ਹੋਣ ਲੱਗਾ ਹੈ। ਉਹ ਨਰਮ ਖਿਆਲੀ ਸਿੱਖ ਆਗੂਆਂ ਨੂੰ ਸਗੋਂ ਵਧੇਰੇ ਖਤਰਨਾਕ ਸਮਝ ਰਿਹਾ ਸੀ, ਕਿਉਂਕਿ ਜੋ ਉਸ ਮੁਤਾਬਕ ਜਿੱਥੇ ਗਰਮ ਖਿਆਲੀਏ ਆਪਣੀ ਸੋਚ ਤੇ ਭਾਵਨਾ ਦਾ ਖੁੱਲ੍ਹਾ ਪ੍ਰਗਟਾਵਾ ਕਰ ਰਹੇ ਸਨ, ਉੱਥੇ ਨਰਮ ਖਿਆਲੀਏ ਆਪਣੀ ਅਸਲੀ ਭਾਵਨਾਵਾਂ ਨੂੰ ਛੁਪਾਉਣ ਦਾ ਦੋਹਰਾ ਕੁਕਰਮ ਕਰ ਰਹੇ ਸਨ। 1981 ਦੀਆਂ ਗਰਮੀਆਂ ਵਿੱਚ ਜਦ ਜਥੇਦਾਰ ਗੁਰਚਰਨ ਸਿੰਘ ਟੌੜਾ ਅਤੇ ਅਕਾਲ ਤਖਤ ਦੇ ਤਤਕਾਲੀ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਆਪਣੀ ਸਾਂਝੀ ਵਿਦੇਸ਼ ਫੇਰੀ ਤੇ ਗਏ ਹੋਏ ਸਨ, ਤਾਂ ਲਾਲਾ ਜਗਤ ਨਾਰਾਇਣ ਨੇ ਸਿੱਖ ਆਗੂਆਂ ਦੀ ਇਸ ਵਿਦੇਸ਼ੀ ਫੇਰੀ ਤੇ ਇਸ ਦੌਰਾਨ ਉਹਨਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਨੂੰ ਆਧਾਰ ਬਣਾ ਕੇ ਇੱਕ ਲੰਮੀ ਸੰਪਾਦਕੀ ਲੜੀ ਲਿਖ ਮਾਰੀ, ਜਿਸ ਵਿੱਚ ਸਿੱਖ ਕੌਮ ਦੀਆਂ ਇਹਨਾਂ ਆਗੂ ਧਾਰਮਿਕ ਹਸਤੀਆਂ ਨੂੰ ਦੇਸ਼ ਨਾਲ ਗੱਦਾਰੀ ਕਰਨ ਦੇ ਦੋਸ਼ਾਂ ਨਾਲ ਨਿਵਾਜਿਆ ਗਿਆ। ਸੰਤ ਜਰਨੈਲ ਸਿੰਘ ਦੇ ਨਜ਼ਦੀਕੀ ਸੂਤਰਾਂ ਮੁਤਾਬਕ ਜਦ ਉਹਨਾਂ ਜਗਬਾਣੀ ਵਿੱਚ ਇਹ ਜ਼ਹਿਰ ਉਗਲਦੇ ਸ਼ਬਦ ਪੜ੍ਹੇ ਤਾਂ ਉਹਨਾਂ ਨੂੰ ਇਉਂ ਲੱਗਿਆ ਜਿਵੇਂ ਇੱਕ ਬਹਿਕੇ ਹੋਏ ਲਾਲੇ ਨੇ ਸਮੁੱਚੀ ਸਿੱਖ ਕੌਮ ਨੂੰ ਗੰਦੀ ਗਾਲ ਕੱਢ ਮਾਰੀ ਹੋਵੇ। ਇਹ ਉਹੀ ਜਗਤ ਨਾਰਾਇਣ ਸੀ ਜਿਹੜਾ ਅੰਮ੍ਰਿਤਸਰ ਦੇ ਖੂਨੀ ਕਾਂਡ ਮੌਕੇ ਨਿਰੰਕਾਰੀ ਸਮਾਗਮ ਅੰਦਰ ਵਿਸ਼ੇਸ਼ ਪ੍ਰਾਹੁਣਾ ਬਣ ਕੇ ਪਹੁੰਚਿਆ ਹੋਇਆ ਸੀ ਅਤੇ ਫਿਰ ਬਾਅਦ ਵਿੱਚ ਅਦਾਲਤ ਮੂਹਰੇ ਦੋਸ਼ੀਆਂ ਦੇ ਪੱਖ ਵਿੱਚ ਸਫਾਈ ਦਾ ਗਵਾਹ ਬਣ ਕੇ ਭੁਗਤਿਆ ਸੀ। ਜਗਬਾਣੀ ਦੇ ਇਸ ਫਿਰਕੂ ਅੰਗਿਆਰ ਛੱਡਦੇ ਸੰਪਾਦਕੀ ਤੋਂ ਥੋੜਾ ਚਿਰ ਬਾਅਦ ਹੀ 9 ਸਤੰਬਰ 1981 ਦੀ ਸ਼ਾਮ ਨੂੰ ਮੋਟਰਸਾਈਕਲ ਤੇ ਸਵਾਰ 3 ਸਿੰਘਾਂ ਨੇ ਆਪਣੀ ਕਾਰ 'ਚ ਸਫ਼ਰ ਕਰ ਰਹੇ ਲਾਲਾ ਜਗਤ ਨਾਰਾਇਣ ਨੂੰ ਲੁਧਿਆਣਾ ਦੇ ਜਲੰਧਰ ਬਾਈਪਾਸ ਤੋਂ ਥੋੜਾ ਅੱਗੇ ਜਾ ਕੇ ਗੋਲੀਆਂ ਮਾਰ ਕੇ ਢੇਰੀ ਕਰ ਦਿੱਤਾ। ਲਾਲੇ ਦਾ ਇਹ ਕਤਲ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਉੱਤੇ ਇੱਕ ਬਹੁਤ ਵੱਡੀ ਨਾ ਸਿਰਫ ਜਿਸਮਾਨੀ ਸਗੋਂ ਮਨੋਵਿਗਿਆਨਕ ਤੇ ਰਾਜਸੀ ਚੋਟ ਸੀ। ਇਸ ਕਰਕੇ ਇਹਨਾਂ ਤਾਕਤਾਂ ਦਾ ਇਸ ਉੱਤੇ ਕ੍ਰੋਧ ਭਰਿਆ ਪ੍ਰਤੀਕਰਮ ਆਸ ਦੇ ਉਲਟ ਨਹੀਂ ਸੀ। ਲਾਲਾ ਜਗਤ ਨਾਰਾਇਣ ਦੇ ਜਨਾਜ਼ੇ ਦੌਰਾਨ ਹਿੰਦੂ ਹਜੂਮਾਂ ਨੇ ਜੀ ਭਰ ਕੇ ਫਿਰਕੂ ਹੁੱਲੜਬਾਜ਼ੀ ਕੀਤੀ। ਉਹਨਾਂ ਸਿੱਖਾਂ ਖਿਲਾਫ ਨੀਵੇਂ ਪੱਧਰ ਦੀ ਵਿਹਲੀ ਨਾਅਰੇਬਾਜ਼ੀ ਕੀਤੀ, ਰਾਹ ਗੁਜ਼ਰ ਸਿੱਖਾਂ ਉੱਤੇ ਹਮਲੇ ਕੀਤੇ ਅਤੇ ਰਾਹ 'ਚ ਪੈਂਦੇ 2 ਸਿੱਖ ਪੱਖੀ ਅਖਬਾਰਾਂ ਦੇ ਦਫ਼ਤਰਾਂ ਦੀ ਭੰਨ ਤੋੜ ਕੀਤੀ। ਦਰਬਾਰਾ ਸਿੰਘ ਦੀ ਸਰਕਾਰ ਦਾ ਪ੍ਰਤੀਕਰਮ ਵੀ ਕੋਈ ਘੱਟ ਗੁਸੈਲਾ ਜਾਂ ਘੱਟ ਫਿਰਕੂ ਨਹੀਂ ਸੀ। ਅਸਲ ਵਿੱਚ ਦਰਬਾਰਾ ਸਿੰਘ ਲਈ ਆਪਣੇ ਆਪ ਨੂੰ ਅਸਲੀ ਤੇ ਵੱਡਾ ਨੈਸ਼ਨਲਿਸਟ ਸਿੱਖ ਸਾਬਤ ਕਰਨ ਦਾ ਇਸ ਨਾਲੋਂ ਸੁਨਹਿਰੀ ਮੌਕਾ ਹੋਰ ਕੋਈ ਨਹੀਂ ਸੀ ਜਾਂ ਹੋਰ ਕੋਈ ਜੁੜ ਵੀ ਨਹੀਂ ਸੀ ਸਕਦਾ। ਸੋ ਉਸ ਨੂੰ ਲਾਲੇ ਦਾ ਸਰਕਾਰੀ ਸਨਮਾਨਾਂ ਨਾਲ ਦਾਹ ਸੰਸਕਾਰ ਕਰਕੇ ਹੀ ਰੱਜ ਨਾ ਆਇਆ। ਹਿੰਦੂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਉਸ ਨੇ
ਲਾਲੇ ਦੇ ਕਤਲ ਦੀ ਆੜ ਲੈ ਕੇ ਸੰਤ ਜਰਨੈਲ ਸਿੰਘ ਉੱਤੇ ਝਪਟ ਮਾਰਨ ਦੀ ਮਾਰ ਕੇ ਬਾਜੀ ਕਰ ਦਿਖਾਉਣੀ ਚਾਹੀ। ਇਹ ਸੂਹ ਮਿਲਣ ਤੇ ਕਿ ਸੰਤ ਆਪਣੇ ਜਥੇ ਸਮੇਤ ਸਰਸਾ ਜ਼ਿਲ੍ਹੇ ਹਰਿਆਣਾ ਦੇ ਪਿੰਡ ਚੰਦੋ ਕਲਾਂ ਵਿਖੇ ਧਰਮ ਪ੍ਰਚਾਰ ਕਰ ਰਹੇ ਹਨ। ਲੁਧਿਆਣਾ ਦੇ ਪੁਲਿਸ ਕਪਤਾਨ DR ਭੱਟੀ ਨੇ ਇੱਕ ਵੱਡਾ ਲਸ਼ਕਰ ਲੈ ਕੇ 14 ਸਤੰਬਰ ਨੂੰ ਪਿੰਡ ਚੰਦੋ ਕਲਾਂ ਉੱਤੇ ਜਾ ਚੜ੍ਹਾਈ ਕੀਤੀ, ਪਰ ਪੁਲਿਸ ਦੇ ਚੰਦੋ ਕਲਾਂ ਪਹੁੰਚਣ ਤੋਂ ਪਹਿਲਾਂ ਹੀ ਸੰਤ ਜਰਨੈਲ ਸਿੰਘ ਮਹਿਤਾ ਚੌਂਕ ਲਈ ਰਵਾਨਾ ਹੋ ਚੁੱਕੇ ਸਨ। ਇਸ ਗੱਲ ਉੱਤੇ ਬੁਖਲਾਹਟ 'ਚ ਆਏ ਪੁਲਿਸ ਦਲ ਨੂੰ ਅਜਿਹਾ ਕ੍ਰੋਧ ਚੜ੍ਹਿਆ ਕਿ ਉਸਨੇ ਬਿਨਾਂ ਕਿਸੇ ਭੜਕਾਹਟ ਦੇ ਭਿੰਡਰਾਂ ਵਾਲੇ ਜਥੇ ਉੱਤੇ ਵਹਿਸ਼ੀ ਹੱਲਾ ਬੋਲ ਦਿੱਤਾ। ਉਹਨਾਂ ਨੇ ਜਥੇ ਦੇ ਸਿੰਘਾਂ ਤੇ ਪਿੰਡ ਦੇ ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੇ ਹੀ ਸਬਰ ਨਹੀਂ ਕੀਤਾ। ਨਿਰੋਲ ਫਿਰਕੂ ਖਾਰ ਚੋਂ ਉਹਨਾਂ ਜਥੇ ਦੀਆਂ ਧਰਮ ਪ੍ਰਚਾਰ ਲਈ ਵਰਤੀਆਂ ਜਾਂਦੀਆਂ 2 ਗੱਡੀਆਂ ਨੂੰ ਅੱਗ ਲਾ ਕੇ ਲੂਹ ਦਿੱਤਾ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਕ ਸਰੂਪ ਸਮੇਤ ਬਹੁਤ ਸਾਰੀਆਂ ਪਵਿੱਤਰ ਧਾਰਮਿਕ ਪੋਥੀਆਂ ਸੜ ਕੇ ਰਾਖ ਹੋ ਗਈਆਂ। ਪੁਲਿਸ ਦੇ ਇਸ ਅਧਰਮੀ ਕਾਰਨਾਮੇ ਨੇ ਨਾ ਸਿਰਫ ਸੰਤ ਜਰਨੈਲ ਸਿੰਘ ਦੇ ਸਗੋਂ ਹਰ ਸ਼ਰਧਾਵਾਨ ਸਿੱਖ ਦੇ ਹਿਰਦੇ ਨੂੰ ਵਲੂੰਦਰ ਕੇ ਰੱਖ ਦਿੱਤਾ। ਕਿਸੇ ਗੈਰ ਸਿੱਖ ਲਈ ਜਾਂ ਇਥੋਂ ਤੱਕ ਕਿ ਗੈਰ ਸ਼ਰਧਾਵਾਨ ਸਿੱਖ ਲਈ ਵੀ ਇਸ ਘਟਨਾ ਨਾਲ ਸੰਤ ਜਰਨੈਲ ਸਿੰਘ ਦੇ ਮਨ ਉੱਤੇ ਲੱਗੇ ਡੂੰਘੇ ਘਾਓ ਅਤੇ ਉਸ ਦੇ ਅੰਤ ਕਰਨ ਅੰਦਰ ਮੱਚੀ ਖਲਬਲੀ ਦਾ ਅੰਦਾਜ਼ਾ ਲਾ ਸਕਣਾ ਕਤਈ ਤੌਰ ਤੇ ਮੁਮਕਿਨ ਨਹੀਂ। ਕਿਸੇ ਹਿੰਦੂ ਲਈ ਤਾਂ ਉੱਕਾ ਹੀ ਨਹੀਂ, ਕਿਉਂਕਿ ਹੋਰਨਾਂ ਲਈ ਜੋ ਵੱਧ ਤੋਂ ਵੱਧ ਇੱਕ ਪਵਿੱਤਰ ਪੋਥੀ ਹੈ, ਸ਼ਰਧਾਵਾਨ ਸਿੱਖ ਲਈ ਉਹ ਉਸ ਦਾ ਗੁਰੂ, ਉਸ ਦਾ ਇਸ਼ਟ, ਉਸ ਦੀ ਆਤਮਾ ਤੇ ਉਸ ਦਾ ਸਭੋ ਕੁਝ ਹੈ। ਜਿਸ ਨੂੰ ਇਸ ਸੱਚ ਦੀ ਪਕੜ ਨਹੀਂ, ਉਸ ਨੂੰ ਸੰਤ ਭਿੰਡਰਾਂ ਵਾਲੇ ਦੀ ਤੇ ਭਿੰਡਰਾਂ ਵਾਲੇ ਵਰਤਾਰੇ ਦੀ ਕਤਈ ਸਮਝ ਨਹੀਂ ਪੈ ਸਕਦੀ। ਇਸ ਕਰਕੇ ਨਾ ਸਿਰਫ ਗੈਰ ਸਿੱਖ ਵਿਦਵਾਨਾਂ ਤੇ ਕਾਲਮ ਨਵੀਸਾਂ ਵੱਲੋਂ ਸਗੋਂ ਜ਼ਿਆਦਾਤਰ ਗੈਰ ਸ਼ਰਧਾਵਾਨ ਸਿੱਖ ਚਿੰਤਕਾਂ ਵੱਲੋਂ ਵੀ ਇਸ ਵਰਤਾਰੇ ਨੂੰ ਸਮਝਣ ਦੇ ਯਤਨ ਬਹੁਤ ਹੀ ਅਧੂਰੇ ਤੇ ਊਣੇ ਸਾਬਤ ਹੋਏ ਹਨ। ਇਸ ਵਰਤਾਰੇ ਦਾ ਹਕੀਕੀ ਲੇਖਾ ਲਾਉਣ ਲਈ ਸਾਧਾਰਨ ਕ੍ਰੋਧ ਤੇ ਰੂਹਾਨੀ ਗਜ਼ਬ ਵਿਚਲੇ ਅੰਤਰ ਦਾ ਬੋਧ ਜ਼ਰੂਰੀ ਹੈ। ਚੰਦੋ ਕਲਾਂ ਦੀ ਘਟਨਾ ਨੇ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਮਾਨਸਿਕ ਦਰਾੜ ਹੋਰ ਚੌੜੀ ਕਰ ਦਿੱਤੀ। ਸਿੱਖਾਂ ਨੂੰ ਦਰਬਾਰਾ ਸਿੰਘ ਦੀ ਸਰਕਾਰ ਆਪਣੀ ਕਦੇ ਵੀ ਨਹੀਂ ਸੀ ਜਾਪੀ। ਇਸ ਘਟਨਾ ਤੋਂ ਬਾਅਦ ਇਹ ਉਹਨਾਂ ਨੂੰ ਹੋਰ ਵੱਧ ਗੈਰ ਤੇ ਹੋਰ ਵੱਧ ਹਿੰਦੂ ਨਵਾਜ਼ ਜਾਪਣ ਲੱਗ ਪਈ। ਮਸਲਾ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਦਾ ਨਹੀਂ ਸੀ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸਾੜ ਸੁੱਟਣ ਦੇ ਘਿਨਾਉਣੇ ਕਰਮ ਨੇ ਸਿੱਖ ਪੰਥ ਸਾਹਮਣੇ ਆਪਣੇ ਧਰਮ ਦੀ ਮਾਣ ਮਰਿਆਦਾ ਤੇ ਆਪਣੀ ਕੌਮੀ ਗੈਰਤ ਦੀ ਰਾਖੀ ਦਾ ਵਡੇਰਾ ਕਾਰਜ ਤੇ ਉਚੇਰਾ ਕਰਤੱਵ ਉਭਾਰ ਦਿੱਤਾ ਸੀ। ਇਹ ਗੱਲ ਨਾ ਵਾਪਰੀ ਹੁੰਦੀ ਤਾਂ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਦਾ ਤਕੜਾ ਬਹਾਨਾ ਸਰਕਾਰ ਦੇ ਹੱਥ ਵਿੱਚ ਸੀ ਅਤੇ ਕਾਨੂੰਨੀ ਕਾਰਵਾਈ ਦੇ ਅਮਲ ਨੂੰ ਅੱਗੇ ਵਧਾਉਣ ਵਿੱਚ ਉਸ ਨੂੰ ਸ਼ਾਇਦ ਇੰਨੇ ਤਕੜੇ ਜਨਤਕ ਵਿਰੋਧ ਦਾ ਸਾਹਮਣਾ ਨਾ ਕਰਨਾ ਪੈਂਦਾ। ਪਰ ਇਸ ਘਟਨਾ ਨੇ ਹਾਲਾਤ ਅੰਦਰ ਇੱਕ ਸਿਫਤੀ ਮੋੜ ਲੈ ਆਂਦਾ। ਸਿੱਖਾਂ ਨੂੰ ਹੁਣ ਇਸ ਮਾਮਲੇ ਦੇ ਕਾਨੂੰਨੀ ਪਹਿਲੂਆਂ ਤੇ ਵਿਸਥਾਰਾਂ ਨਾਲ ਕੋਈ ਸਰੋਕਾਰ ਨਹੀਂ ਸੀ ਰਹਿ ਗਿਆ। ਉਹਨਾਂ ਅੰਦਰ ਬਿਨਾਂ ਕਿਸੇ ਦੇ ਕਹੇ, ਬਿਨਾਂ ਕਿਸੇ ਦੇ ਪ੍ਰੇਰੇ ਸੰਤ ਜਰਨੈਲ ਸਿੰਘ ਲਈ ਇੱਕਦਮ ਸਨੇਹ ਤੇ ਹਮਦਰਦੀ ਦੀਆਂ ਵੇਗਮਈ ਭਾਵਨਾਵਾਂ ਜਾਗ ਉੱਠੀਆਂ। ਮੁਹਾਵਰੇ 'ਚ ਗੱਲ ਕਰਨੀ ਹੋਵੇ ਤਾਂ ਇਸ ਘਟਨਾ ਦੇ ਨਤੀਜੇ ਵਜੋਂ ਪੰਥ ਅੰਦਰ ਮਾਨੋ ਰਾਤੋਂ ਰਾਤ ਹੀ ਸੰਤ ਭਿੰਡਰਾਂ ਵਾਲੇ ਦੇ ਪੱਖ ਵਿੱਚ ਹਮਾਇਤ ਦੀ ਵਿਸ਼ਾਲ ਤੇ ਮਜ਼ਬੂਤ ਲਹਿਰ ਉੱਠ ਖੜੀ ਹੋਈ। ਹੁਣ ਫਿਰਕੂ ਹਾਕਮਾਂ ਲਈ ਪੰਥ ਦੇ ਜਰਨੈਲ ਨੂੰ ਪੰਥ ਦੀ ਬੁੱਕਲ ਚੋਂ ਖੋਹ ਸਕਣਾ ਇੰਨਾ ਸਹਿਲ ਨਹੀਂ ਰਹਿ ਗਿਆ ਸੀ। ਸੋ ਸਰਕਾਰੀ ਅਧਿਕਾਰੀਆਂ ਨੂੰ ਜਰਨੈਲ ਸਿੰਘ ਦੀ ਗ੍ਰਿਫਤਾਰੀ ਦਾ ਸਮਾਂ, ਸਥਾਨ ਤੇ ਢੰਗ ਤਰੀਕਾ ਸਿੱਖ ਸੰਗਤਾਂ ਦੀ ਸਲਾਹ ਤੇ ਸਹਿਮਤੀ ਨਾਲ ਤੈਅ ਕਰਨਾ ਪਿਆ। ਤੈਅ ਹੋਏ ਫੈਸਲੇ ਦੇ ਮੁਤਾਬਕ ਸੰਤ ਭਿੰਡਰਾਂ ਵਾਲਿਆਂ ਨੇ 20 ਸਤੰਬਰ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਮਹਿਤਾ ਚੌਂਕ ਵਿਖੇ ਲਗਭਗ 1 ਲੱਖ ਸੰਗਤ ਦੀ ਹਾਜ਼ਰੀ ਵਿੱਚ ਸ਼ਾਂਤ ਚਿੱਤ ਤੇ ਸੰਜੀਦਗਾ ਲਹਿਜੇ ਵਿੱਚ ਸੰਖੇਪ ਭਾਸ਼ਣ ਦੇਣ ਤੋਂ ਬਾਅਦ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ। ਸੰਤਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਦੀ ਕਿਸੇ ਭੜਕਾਊ ਹਰਕਤ ਕਰਕੇ ਜਾਂ ਮਾਹੌਲ ਵਿੱਚ ਉਤੇਜਨਾ ਦੀ ਵਜ੍ਹਾ ਕਰਕੇ ਹੀ ਮਜਲਿਸ ਦੀ ਸ਼ਾਂਤੀ ਤੇ
ਜ਼ਾਬਤਾ ਭੰਗ ਹੋ ਗਿਆ। ਭਾਰੀ ਅਫਰਾ ਤਫਰੀ ਵਿੱਚ ਪੁਲਿਸ ਦੀ ਅਣਸੰਕੋਚਵੀਂ ਗੋਲੀਬਾਰੀ ਨਾਲ ਦਰਜਨ ਦੇ ਕਰੀਬ ਸਿੰਘਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਅਨੇਕਾਂ ਹੀ ਲੋਕ ਜ਼ਖਮੀ ਹੋ ਗਏ। ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਮੌਕੇ ਸਿੱਖ ਸੰਗਤਾਂ ਦਾ ਆਪ ਮੁਹਾਰੇ ਏਡੀ ਵੱਡੀ ਗਿਣਤੀ ਵਿੱਚ ਮਹਿਤਾ ਚੌਂਕ ਵਿਖੇ ਇਕੱਤਰ ਹੋ ਜਾਣਾ ਅਤੇ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਹਿਰਾਸਤ ਦੇ ਟਿਕਾਣੇ ਨੂੰ ਗੁਪਤ ਰੱਖਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਕੇ ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਿਰਾਸਤ ਵਾਲੀ ਹਰ ਬਦਲਵੀਂ ਜਗ੍ਹਾ ਅੱਗੇ ਨਿਰੰਤਰ ਧਰਨਿਆਂ ਉੱਤੇ ਆ ਬੈਠਣਾ ਅਤੇ ਉੱਥੇ ਸੰਤਾਂ ਦੀ ਚੜ੍ਹਦੀ ਕਲਾ ਲਈ 24 ਘੰਟੇ ਪਾਠ ਤੇ ਕੀਰਤਨ ਦਾ ਪ੍ਰਵਾਹ ਚਲਾਈ ਰੱਖਣਾ ਸੰਤ ਭਿੰਡਰਾਂਵਾਲੇ ਦੀ ਸਿੱਖ ਜਗਤ ਅੰਦਰ ਪੈਦਾ ਹੋ ਚੁੱਕੀ ਹਰਮਨ ਪਿਆਰਤਾ ਦੀਆਂ ਮੂੰਹੋਂ ਬੋਲਦੀਆਂ ਨਿਸ਼ਾਨੀਆਂ ਸਨ। ਇਹ ਹਰਮਨ ਪਿਆਰਤਾ ਸਿਰਫ ਇੱਕੋ ਕਤਲ ਜਾਂ ਇੱਕੋ ਘਟਨਾ ਦਾ ਹੀ परिणाम ਨਹੀਂ ਸੀ। ਇਸ ਪਿੱਛੇ ਇੱਕ ਨਹੀਂ ਕਈ ਸਥੂਲ ਤੇ ਸੂਖਮ ਕਾਰਨ ਕੰਮ ਕਰਦੇ ਸਨ, ਜਿਨ੍ਹਾਂ ਦਾ ਜ਼ਿਕਰ ਪਿੱਛੇ ਹੋ ਚੁੱਕਾ ਹੈ ਤੇ ਕੁਝ ਅੱਗੇ ਚੱਲ ਕੇ ਆਵੇਗਾ। ਸਰਕਾਰ ਦੀਆਂ ਅਲੱਗ-ਅਲੱਗ ਖੁਫੀਆ ਏਜੰਸੀਆਂ ਨੇ ਸੰਤਾਂ ਕੋਲੋਂ ਲਗਾਤਾਰ 21 ਦਿਨ ਦੀ ਜੀ ਭਰ ਕੇ ਪੁੱਛਗਿੱਛ ਕੀਤੀ ਅਤੇ ਜਦ ਕੁਝ ਵੀ ਹੱਥ ਪੱਲੇ ਨਾ ਪਿਆ ਤਾਂ ਉਹਨਾਂ ਨੂੰ ਫਿਰੋਜ਼ਪੁਰ ਜੇਲ੍ਹ ਅੰਦਰ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ, ਜਿੱਥੋਂ ਉਹ 15 ਦਿਨਾਂ ਬਾਅਦ ਬਾਇਜ਼ਤ ਰਿਹਾ ਹੋ ਕੇ ਵਾਪਸ ਆਪਣੇ ਸਦਰ ਮੁਕਾਮ ਮਹਿਤਾ ਚੌਂਕ ਪਹੁੰਚ ਗਏ। ਸਿਰਲੇਖ ਨਵਾਂ ਵਰਤਾਰਾ। ਇਸੇ ਦੌਰਾਨ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਦੇ ਪ੍ਰਤੀਕਰਮ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਗਈਆਂ ਜੋ ਰਵਾਇਤ ਨਾਲੋਂ ਇੱਕਦਮ ਵੱਖਰੀਆਂ ਸਨ ਅਤੇ ਜਿਨ੍ਹਾਂ ਚੋਂ ਸਿੱਖ ਸੰਘਰਸ਼ ਅੰਦਰ ਪੁੰਗਰ ਰਹੇ ਨਵੇਂ ਰੁਝਾਨਾਂ ਦੀ ਸੂਹ ਮਿਲਦੀ ਸੀ। ਸੰਤਾਂ ਦੀ ਗ੍ਰਿਫਤਾਰੀ ਦੇ ਕੁਝ ਹੀ ਘੰਟਿਆਂ ਬਾਅਦ ਜਲੰਧਰ ਦੇ ਇੱਕ ਭੀੜ ਭਰੇ ਬਾਜ਼ਾਰ ਅੰਦਰ ਮੋਟਰਸਾਈਕਲ ਤੇ ਸਵਾਰ 2 ਸਿੱਖ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 4 ਹਿੰਦੂਆਂ ਦੀ ਹੱਤਿਆ ਕਰ ਦਿੱਤੀ ਤੇ ਕਈ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਅਜੋਕੇ ਇਤਿਹਾਸ ਅੰਦਰ ਸਿੱਖ ਸੰਘਰਸ਼ ਅੰਦਰ ਪ੍ਰਗਟ ਹੋਈ ਇਹ ਆਪਣੀ ਕਿਸਮ ਦੀ ਨਿਵੇਕਲੀ ਪ੍ਰਵਿਰਤੀ ਸੀ, ਜਿਸ ਨੇ ਬਾਅਦ ਚ ਜਾ ਕੇ ਇੱਕ ਪੂਰੇ ਸੂਰੇ ਰੁਝਾਨ ਦਾ ਸਰੂਪ ਅਖਤਿਆਰ ਕਰ ਲਿਆ ਅਤੇ ਸਿੱਖ ਸੰਘਰਸ਼ ਦੇ ਵਹਿਣ ਨੂੰ ਗਹਿਰੀ ਤਰ੍ਹਾਂ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਸੰਤਾਂ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ 29 ਸਤੰਬਰ ਦਲ ਖਾਲਸਾ ਨਾਲ ਸੰਬੰਧਿਤ 6 ਨੌਜਵਾਨਾਂ ਨੇ ਫਲਸਤੀਨੀ ਮੁਜਾਹਿਦੀਨਾਂ ਦੇ ਤਜਰਬੇ ਤੋਂ ਪ੍ਰੇਰਿਤ ਹੋ ਕੇ ਭਾਰਤ ਸਰਕਾਰ ਉੱਤੇ ਸੰਤਾਂ ਦੀ ਜਲਦ ਰਿਹਾਈ ਲਈ ਦਬਾਅ ਪਾਉਣ ਦੇ ਉਦੇਸ਼ ਨਾਲ ਇੰਡੀਅਨ 에ਅਰਲਾਈਨਸ ਦਾ ਇੱਕ ਜਹਾਜ਼ ਅਗਵਾ ਕਰ ਲਿਆ। ਲਾਹੌਰ ਹਵਾਈ ਅੱਡੇ ਉੱਤੇ ਉਤਰਨ ਤੋਂ ਬਾਅਦ ਇਹਨਾਂ ਅਗਵਾਕਾਰੀ ਸਿੰਘਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਗ੍ਰਿਫਤਾਰ ਕਰਕੇ ਜੇਲ੍ਹ ਅੰਦਰ ਡੱਕ ਦਿੱਤਾ। ਇਹ ਵੀ ਸਿੱਖ ਸੰਘਰਸ਼ ਦੇ ਇਤਿਹਾਸ ਅੰਦਰ ਆਪਣੀ ਕਿਸਮ ਦੀ ਪਲੇਠੀ ਤੇ ਨਿਵੇਕਲੀ ਕਾਰਵਾਈ ਸੀ। ਸਿੱਖ ਸੰਘਰਸ਼ ਦੇ ਇਸ ਦੌਰ ਬਾਰੇ ਲਿਖੀਆਂ ਗਈਆਂ ਜ਼ਿਆਦਾਤਰ ਰਚਨਾਵਾਂ ਅੰਦਰ ਇਹਨਾਂ ਘਟਨਾਵਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਜਿਵੇਂ ਇਹ ਕਾਰਵਾਈਆਂ ਸਿੱਖ ਸੰਘਰਸ਼ ਦੇ ਅੰਦਰੂਨੀ ਗਤੀ ਅਮਲ ਦੀ ਪੈਦਾਵਾਰ ਨਾ ਹੋ ਕੇ ਸਰਕਾਰੀ ਵਿਅਕਤੀਆਂ ਜਾਂ ਏਜੰਸੀਆਂ ਦੁਆਰਾ ਕਿਸੇ ਖਾਸ ਮਕਸਦ ਲਈ ਆਪਣੇ ਤਨਖਾਹਦਾਰ ਕਰਿੰਦਿਆਂ ਜਾਂ ਭਾੜੇ ਦੇ ਕੰਮ ਕਰਨ ਵਾਲੇ ਜ਼ਰਾਇਮ ਪੇਸ਼ਾ ਤੱਤਾਂ ਕੋਲੋਂ ਕਰਵਾਈਆਂ ਗਈਆਂ ਹੋਣ। ਸਿਰਫ ਇਹਨਾਂ ਕਾਰਵਾਈਆਂ ਦੀ ਗੱਲ ਨਹੀਂ, ਖਾੜਕੂ ਸਿੱਖ ਸੰਘਰਸ਼ ਦੇ ਸਮੁੱਚੇ ਅਮਲ ਦੌਰਾਨ ਵਾਪਰੀਆਂ ਸਭਨਾਂ ਅਹਿਮ ਘਟਨਾਵਾਂ ਨਿਰੰਕਾਰੀ ਮੁਖੀ ਦੇ ਕਤਲ ਤੋਂ ਲੈ ਕੇ ਲਾਲਾ ਜਗਤ ਨਾਰਾਇਣ, ਇੰਦਰਾ ਗਾਂਧੀ ਤੇ ਮੁੱਖ ਮੰਤਰੀ ਬੇਅੰਤਾ ਦੇ ਕਤਲਾਂ ਤੱਕ ਨੂੰ ਇਸੇ ਹੀ ਦ੍ਰਿਸ਼ਟੀਕੋਣ ਤੋਂ ਦੇਖਣ ਤੇ ਪੇਸ਼ ਕਰਨ ਦੀ ਪਹੁੰਚ ਆਮ ਦੇਖਣ ਨੂੰ ਮਿਲਦੀ ਹੈ। ਭਾਵੇਂ ਕਿ ਇਸ ਦ੍ਰਿਸ਼ਟੀਕੋਣ ਦੀਆਂ ਗੰਭੀਰ ਖਾਮੀਆਂ ਬਾਰੇ ਪਿੱਛੇ ਚੋਖੀ ਚਰਚਾ ਹੋ ਚੁੱਕੀ ਹੈ, ਪਰ ਫਿਰ ਵੀ ਇੱਥੇ ਇਹ ਗੱਲ ਮੁੜ ਦੁਹਰਾਈ ਜਾਂਦੀ ਹੈ ਕਿ ਇਤਿਹਾਸ ਅੰਦਰ ਵਾਪਰੀ ਅਜਿਹੀ ਕਿਸੇ ਵੀ ਘਟਨਾ ਬਾਰੇ ਦਰੁਸਤ ਅਤੇ ਹਕੀਕੀ ਨਿਰਣੇ ਤੇ ਅਪਣਨ ਲਈ ਕੁੱਲ ਤੋਂ ਪਹਿਲਾਂ ਇਹ ਸੋਚ ਵਿਚਾਰ ਕਰ ਲੈਣੀ ਜ਼ਰੂਰੀ ਬਣਦੀ ਹੈ ਕਿ ਕੀ ਇਹ ਘਟਨਾ ਵੇਲੇ ਦੀਆਂ ਹਾਲਤਾਂ ਦੇ ਅੰਦਰੂਨੀ ਗਤੀ ਨਿਯਮਾਂ ਦਾ ਤਰਕਯੁਕਤ परिणाम हो सकती है ਜਾਂ ਨਹੀਂ।
ਜੇ ਇਸ ਦੇ ਪੱਖ ਵਿੱਚ ਅੰਦਰੂਨੀ ਤਰਕ ਦੀ ਗਵਾਹੀ ਨਾ ਮਿਲਦੀ ਹੋਵੇ ਤਾਂ ਵਿਸ਼ਲੇਸ਼ਣ ਨੂੰ ਬਾਹਰੀ ਪੱਖਾਂ ਉੱਤੇ ਕੇਂਦਰਿਤ ਕਰਨਾ ਉਚਿਤ ਵੀ ਹੁੰਦਾ ਹੈ ਤੇ ਜ਼ਰੂਰੀ ਵੀ ਹੋ ਜਾਂਦਾ ਹੈ। ਪਰ ਅਜਿਹੇ ਖੁੱਭਵੇਂ ਵਿਸ਼ਲੇਸ਼ਣ ਦੇ ਝੰਜਟਾਂ ਵਿੱਚ ਪੈਣ ਦੀ ਥਾਵੇਂ ਸਿੱਧਾ ਸਾਜ਼ਿਸ਼ ਦੇ ਸਿਧਾਂਤ ਉੱਤੇ ਪਲਾਕੀ ਮਾਰ ਕੇ ਸਵਾਰ ਹੋ ਜਾਣਾ ਅਤੇ ਹਰ ਘਟਨਾ ਦੇ ਕਾਰਵਾਈ ਨੂੰ ਇਸੇ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦਾ ਬੌਧਿਕ ਝੱਸ ਪੂਰਾ ਕਰਨਾ ਗੈਰ ਜ਼ਿੰਮੇਵਾਰਾਨਾ ਫਿਤਰਤ ਤੇ ਹੋਸ਼ੀ ਵਿਦਵਤਾ ਦੀ ਨਿਸ਼ਾਨੀ ਹੈ। ਇਹ ਦੇਖ ਕੇ ਬਹੁਤ ਹੀ ਦੁੱਖ ਤੇ ਅਫਸੋਸ ਹੁੰਦਾ ਹੈ ਕਿ ਪੰਥਕ ਕਾਜ ਨਾਲ ਪ੍ਰਤੀਬੱਧ ਸਿੱਖ ਜੁਝਾਰੂਆਂ ਨੂੰ ਸਰਕਾਰੀ ਵਿਅਕਤੀਆਂ ਜਾਂ ਏਜੰਸੀਆਂ ਦੇ ਪਹਾੜੇ ਦੇ ਟੱਟੂ ਬਣਾ ਕੇ ਪੇਸ਼ ਕਰਨ ਦਾ ਬੌਧਿਕ ਕੁਕਰਮ ਕਮਾਉਣ ਵਿੱਚ ਕੁਝ ਸਿੱਖ ਵਿਦਵਾਨ ਹਿੰਦੂਆਂ ਨਾਲੋਂ ਵੀ 2 ਕਦਮ ਅਗਾਂਹ ਲੰਘ ਗਏ ਹਨ। ਇਸੇ ਹੀ ਮੌਕੇ ਉਪਰੋਕਤ ਖਾੜਕੂ ਵਾਰਦਾਤਾਂ ਨਾਲੋਂ ਥੋੜੀ ਵੱਖਰੀ ਪਰੰਤੂ ਰਾਜਨੀਤਿਕ ਦ੍ਰਿਸ਼ਟੀ ਤੋਂ ਬਰਾਬਰ ਦੀ ਅਹਿਮ ਗੱਲ ਇਹ ਵਾਪਰ ਗਈ ਕਿ ਅਕਾਲੀ ਲੀਡਰਸ਼ਿਪ ਅੰਦਰਲਾ ਇੱਕ ਪ੍ਰਭਾਵਸ਼ਾਲੀ ਹਿੱਸਾ ਸੰਤ ਜਰਨੈਲ ਸਿੰਘ ਨਾਲ ਆਪਣੇ ਡੂੰਘੇ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਉਹਨਾਂ ਨਾਲ ਆਪਣੀ ਇਕਜੁੱਟਤਾ ਦਾ ਖੁੱਲ੍ਹਾ ਇਜ਼ਹਾਰ ਕਰਨ ਲੱਗ ਪਿਆ। 20 ਸਤੰਬਰ ਨੂੰ ਸੰਤਾਂ ਦੀ ਗ੍ਰਿਫਤਾਰੀ ਮੌਕੇ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਉਚੇਚੇ ਮਹਿਤਾ ਜੰਗ ਪਹੁੰਚੇ ਅਤੇ ਉਹਨਾਂ ਭਰੇ ਇਕੱਠ ਸਾਹਮਣੇ ਸੰਤ ਜਰਨੈਲ ਸਿੰਘ ਨਾਲ ਆਪਣੀ ਹਮਾਇਤ ਤੇ ਇਕਮੁੱਠਤਾ ਦਾ ਖੁੱਲ੍ਹਾ ਐਲਾਨ ਕੀਤਾ। ਜਦ ਸੰਤਾਂ ਨੂੰ ਪੁੱਛਗਿੱਛ ਲਈ ਲੁਧਿਆਣੇ ਦੇ ਨਜ਼ਦੀਕ ਇੱਕ ਰੈਸਟ ਹਾਊਸ ਅੰਦਰ ਰੱਖਿਆ ਹੋਇਆ ਸੀ ਤਾਂ ਜਥੇਦਾਰ ਟੌੜਾ ਨੇ ਉਹਨਾਂ ਨਾਲ ਉਚੇਚੀ ਮੁਲਾਕਾਤ ਕਰਕੇ ਆਪਣੀ ਨੈਤਿਕ ਹਮਾਇਤ ਦਾ ਪ੍ਰਗਟਾਵਾ ਕੀਤਾ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਸਮੂਹ ਸਿੱਖਾਂ ਨੂੰ ਇਹ ਅਪੀਲ ਕੀਤੀ ਕਿ ਉਹ ਹਰ ਰੋਜ਼ ਸਵੇਰੇ ਸੰਤ ਭਿੰਡਰਾਂ ਵਾਲਿਆਂ ਦੀ ਰਿਹਾਈ ਲਈ ਅਰਦਾਸ ਕਰਿਆ ਕਰਨ। ਜੇਕਰ ਪੰਥ ਦੇ ਸ਼੍ਰੋਮਣੀ ਆਗੂਆਂ ਦੇ ਇਸ ਵਤੀਰੇ ਦੀ ਪਹਿਲੀਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ ਸੰਤ ਭਿੰਡਰਾਂ ਵਾਲੇ ਪ੍ਰਤੀ ਅਕਾਲੀ ਲੀਡਰਸ਼ਿਪ ਦੇ ਰੁਖ ਅੰਦਰ ਆਈ ਵੱਡੀ ਤਬਦੀਲੀ ਦਾ ਸੰਕੇਤ ਸੀ। ਇਸ ਤੋਂ ਪਹਿਲਾਂ ਅਕਾਲੀ ਲੀਡਰਸ਼ਿਪ ਵੱਲੋਂ ਜਾਂ ਤਾਂ ਸੰਤ ਜਰਨੈਲ ਸਿੰਘ ਨੂੰ ਬਹੁਤਾ ਗੌਲਿਆ ਨਹੀਂ ਸੀ ਜਾਂਦਾ ਅਤੇ ਜਾਂ ਉਹਨਾਂ ਪ੍ਰਤੀ ਵਿਰੋਧ ਤੇ ਤਿਰਸਕਾਰ ਵਾਲਾ ਰਵੱਈਆ ਅਖਤਿਆਰ ਕਰਕੇ ਚੱਲਿਆ ਜਾਂਦਾ ਸੀ। ਅਕਾਲੀ ਦਲ ਦੀ ਲੁਧਿਆਣਾ ਕਾਨਫਰੰਸ 1978 ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 1979 ਇਸ ਦੀਆਂ ਉਘੜਵੀਆਂ ਉਦਾਹਰਨਾਂ ਸਨ। ਇਸ ਤੋਂ ਪਹਿਲਾਂ ਜਥੇਦਾਰ ਟੌੜਾ ਵੱਲੋਂ ਧਰਮ ਪ੍ਰਚਾਰ ਦੇ ਮਾਮਲੇ 'ਚ ਜ਼ਰੂਰ ਸੰਤ ਭਿੰਡਰਾਂ ਵਾਲੇ ਨੂੰ ਸੰਕੋਚਵਾਂ ਸਹਿਯੋਗ ਦਿੱਤਾ ਜਾ ਰਿਹਾ ਸੀ। ਉਸ ਨੇ ਭਿੰਡਰਾਂ ਵਾਲੇ ਜਥੇ ਨੂੰ ਧਰਮ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਦੇ ਕਾਰਜ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਧਾਮਾਂ ਦੀ ਵਰਤੋਂ ਕਰਨ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ। ਅਕਾਲੀ ਲੀਡਰਸ਼ਿਪ ਅੰਦਰਲਾ ਇੱਕ ਵਰਗ ਜਥੇਦਾਰ ਟੌੜਾ ਦੀ ਸੰਤ ਭਿੰਡਰਾਂ ਵਾਲੇ ਪ੍ਰਤੀ ਇਸ ਰਿਆਇਤ ਦਿਲੀ ਨੂੰ ਪਸੰਦ ਨਹੀਂ ਸੀ ਕਰਦਾ। ਲਾਲਾ ਜਗਤ ਨਾਰਾਇਣ ਦੀ ਹੱਤਿਆ ਦੇ ਮਾਮਲੇ ਤੇ ਅਕਾਲੀ ਲੀਡਰਸ਼ਿਪ ਦੇ ਇੱਕ ਵਰਗ ਵੱਲੋਂ ਸੰਤ ਭਿੰਡਰਾਂ ਵਾਲਿਆਂ ਦੀ ਹਮਾਇਤ ਉੱਤੇ ਨਿਤਰਨਾ ਹੋਰ ਵੀ ਟੈਂਟੇ ਭਰਿਆ ਮਸਲਾ ਸੀ, ਕਿਉਂਕਿ ਇਹ ਨਿਰਾ ਧਾਰਮਿਕ ਮਸਲਾ ਨਾ ਰਹਿ ਕੇ ਸਿੱਧੇ ਰਾਜਨੀਤਿਕ ਅਰਥ ਤੇ ਮਹੱਤਵ ਗ੍ਰਹਿਣ ਕਰ ਗਿਆ ਸੀ। ਇਸ ਪੱਖੋਂ ਦੇਖਿਆ ਪੰਥ ਦੀਆਂ ਦੋਨੋਂ ਪ੍ਰਮੁੱਖ ਵਕਾਰੀ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਵੱਲੋਂ ਲਿਆ ਇਹ ਪੈਂਤੜਾ ਰਾਜਨੀਤਿਕ ਦ੍ਰਿਸ਼ਟੀ ਤੋਂ ਭਾਰੀ ਅਹਿਮੀਅਤ ਰੱਖਦਾ ਸੀ। ਇਹ ਕੋਈ ਸਿਰਫ ਮੌਕੇ ਦੀ ਗੱਲ ਨਹੀਂ ਸੀ, ਇਹ ਅਕਾਲੀ ਲੀਡਰਸ਼ਿਪ ਦੇ ਇੱਕ ਵਰਗ ਦੀ ਸੰਤ ਜਰਨੈਲ ਸਿੰਘ ਨਾਲ ਬਣ ਉਸਰ ਰਹੀ ਨਵੀਂ ਰਾਜਨੀਤਿਕ ਸਮੀਕਰਨ ਦਾ ਹੀ ਇੱਕ ਸੰਕੇਤਕ ਪ੍ਰਗਟਾਵਾ ਸੀ। ਇਹ ਸਮੀਕਰਨ ਇੰਨੀ ਸਰਲ ਤੇ ਸਿੱਧ ਪੱਧਰੀ ਨਹੀਂ ਸੀ, ਸਗੋਂ ਕਾਫੀ ਜਟਿਲ ਸੀ। ਇਸ ਅੰਦਰ ਅੰਕ ਗਣਿਤ ਨਾਲੋਂ ਬੀਜ ਗਣਿਤ ਦੇ ਅੰਸ਼ ਵੱਧ ਸਨ। ਇਸ ਨਾਲ ਠੀਕ ਤਰ੍ਹਾਂ ਨਿਭਣ ਲਈ ਬੁਲੰਦ ਨੈਤਿਕਤਾ ਤੇ ਅਸਾਧਾਰਨਤਾ ਪ੍ਰਤਿਭਾ ਦੀ ਜ਼ਰੂਰਤ ਸੀ। ਇਸ ਕਰਕੇ ਸੰਤ ਭਿੰਡਰਾਂ ਵਾਲੇ ਦੇ ਜਿਉਂਦੇ ਜੀ ਵੱਡੇ ਤਣਾਅ ਤੇ ਕਸਾਹ ਝੱਲ ਕੇ ਵੀ ਇਸ ਸਮੀਕਰਨ ਦਾ ਵਜੂਦ ਟੁੱਟਣੋਂ ਖਿੰਡਣੋਂ ਬਚਿਆ ਰਿਹਾ। ਸੰਤਾਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਇੱਕ ਤਾਂ ਹਾਲਤਾਂ ਹੀ ਸਿਫਤੀ ਮੋੜ ਕੱਟ ਗਈਆਂ, ਦੂਜਾ
ਹੋਰ ਕਿਸੇ ਵੀ ਨਰਮ ਖਿਆਲੀ ਜਾਂ ਗਰਮ ਖਿਆਲੀ ਸਿੱਖ ਆਗੂ ਅੰਦਰ ਇਹਨਾਂ ਦੋ ਧਾਰਾਵਾਂ ਦਾ ਸੁਮੇਲ ਨਿਭਾ ਸਕਣ ਦੀ ਸਮਰੱਥਾ ਨਹੀਂ ਸੀ। ਸਿੱਟੇ ਵਜੋਂ ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਇਹ ਦੋਨੋਂ ਧਾਰਾਵਾਂ ਨਾ ਸਿਰਫ ਆਪਸ ਵਿੱਚ ਨਿਖੜ ਕੇ ਰਹਿ ਗਈਆਂ, ਸਗੋਂ ਇਹਨਾਂ ਵਿਚਕਾਰ ਖੂਨੀ ਟਕਰਾਓ ਤੱਕ ਦੀ ਨੌਬਤ ਪੈਦਾ ਹੋ ਗਈ। ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।